ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਸੁਨ ਕਰ ਪੰਡੀ ਬੰਧਨ ਕਰਹੀ, ਮਹਾਂਪੁਰਖ ਇਹ ਬਚਨ ਉਚਰਹੀ। ਸੁਨ ਕਰ ਪੰਡੀ ਬੰਧਨ ਕਰਹੀ, ਮਹਾਂਪੁਰਖ ਇਹ ਬਚਨ ਉਚਰਹੀ। ਸਤਨਾਮ ਸਿਰੇ ਵਾਹਿਗੁਰੂ ਜੀ। ਸਤਿਗੁਰ ਚਰਨ ਸ਼ਰਨ ਚਲ ਜਾਏ ਸਿੱਖ, ਤਾ ਸਰਨ ਜਗਤ ਚਲ ਆਵਹੀ। ਸਤਿਗੁਰ ਆਗਿਆ ਸਤ ਸਤ ਕਰ ਮੰਨੈ ਗੁਰ ਸਿੱਖ, ਆਗਿਆ ਤਾਏ ਸਗਲ ਸੰਸਾਰ ਹਿਤਾਵੇ। ਸਤਿਗੁਰ ਸੇਵਾ ਪਾਏ ਪੂਜ ਕਰੈ ਗੁਰ ਸਿੱਖ, ਸਰਬ ਨਿਧਾਨ ਅਗਰ ਲਿਵ ਲਾਵੇ। ਸਤਿਗੁਰ ਸਿੱਖਿਆ ਦਿਖਿਆ ਹਿਰਦੇ ਪ੍ਰਵੇਸ਼ ਜਾਏ, ਤਾ ਕੀ ਸੀਖ ਸੁਨਤ ਪਰਮ ਪਦ ਪਾਵੇ। ਏਕ ਓੰਕਾਰ ਸਤਿਗੁਰ ਤੇ ਪ੍ਰਸਾਦ ਸੱਚ ਹੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਵਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਧੂ, ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਾਰਾਂ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ, ਜਿਸ ਵਕਤ ਗੁਰੂ ਬਾਬਾ ਜੀ ਜਗਤ ਜਲੰਧਰ ਦੀ ਸਾਰ ਕਰਦਿਆਂ ਹੋਇਆਂ ਭਾਈ ਬਾਲਾ ਔਰ ਮਰਦਾਨਾ ਜੀ ਦੇ ਸਮੇਤ ਜਗਨਨਾਥ ਦੀ ਪੁਰੀ ਦੇ ਵਿੱਚ ਪਹੁੰਚੇ। ਸਤਿਗੁਰੂ ਜੀ ਨੇ ਆਪਣੀ ਮੌਤ ਦੇ ਵਿੱਚ ਆ ਕੇ ਜਿਹੜਾ ਸੀ ਜਗਨਨਾਥ ਮੰਦਰ ਦਾ ਬਹੁਤ ਵੱਡਾ ਦਰਵਾਜ਼ਾ ਬਣਿਆ ਹੋਇਆ, ਉਹਦੇ ਨੇੜੇ ਹੀ ਆਸਣ ਲਗਾ ਕੇ ਬਹਿ ਗਏ। ਜਦੋਂ ਹੋ ਗਿਆ ਸ਼ਾਮ ਦਾ ਟਾਈਮ, ਆਲੇ ਦੁਆਲੇ ਤੋਂ ਬੜੇ ਪੰਡੇ ਲੋਕ ਉਹ ਵੀ ਆਪਣੇ ਠਾਕਰ ਦੀ ਜਿਹੜੀ ਆਰਤੀ ਕਰਨ ਵਾਸਤੇ ਇਕੱਠੇ ਹੋ ਗਏ। ਜਿਸ ਤਰ੍ਹਾਂ ਅੱਜ ਕੱਲ੍ਹ ਵੀ ਇਹ ਮਰਜ਼ਾਦਾ ਵੱਡੇ ਵੱਡੇ ਮੰਦਰਾਂ ਦੇ ਵਿੱਚ ਦੇਖਣ ਨੂੰ ਸਾਹਮਣੇ ਮਿਲਦੀ ਹੈ। ਉਸ ਟਾਈਮ 'ਤੇ ਟਲ ਘੜਿਆਲ ਵਗੈਰਾ ਇਹ ਬੜੀ ਉੱਚੀ ਧੁਨੀ ਦੇ ਨਾਲ ਉਹਨਾਂ ਮੰਦਰਾਂ ਦੇ ਵਿੱਚ ਵਜਿਆਈ ਕਰਦੇ ਨੇ। ਜਦੋਂ ਹੋਵੇ ਸੰਧਿਆ ਦਾ ਟਾਈਮ, ਹੋਰ ਵੀ ਆਲੇ ਦੁਆਲੇ ਤੋਂ ਬੜੇ ਜਿਹੜੇ ਸ਼ਰਧਾਲੂ ਪ੍ਰੇਮੀ ਠਾਕਰ ਦੇ ਉੱਪਰ ਭਾਵਨਾ ਰੱਖਣ ਵਾਲੇ ਇਕੱਠੇ ਹੋ ਗਏ। ਪਰ ਜਦੋਂ ਥੋੜ੍ਹਾ ਜਿਹਾ ਅੰਧੇਰਾ ਵਧਣ ਲੱਗਿਆ, ਇਹਨਾਂ ਨੇ ਆਪਣੇ ਠਾਕਰ ਦੀ ਜਿਹੜੀ ਆਰਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਰਣ ਸਿੰਘੇ ਸੰਖ ਘੜਿਆਲਾਂ ਵੱਡੇ ਵੱਡੇ ਟਲ ਖੜਕਣ ਲੱਗ ਪਏ। ਉਹਨਾਂ ਮੰਦਰਾਂ ਦੇ ਵਿੱਚ ਸਾਰੇ ਹੀ ਬੜੀ ਉੱਚੀ ਧੁਨੀ ਦੇ ਨਾਲ ਆਪਣੇ
ਠਾਕਰ ਦੀ ਜਿਹੜੀ ਆਰਤੀ ਕਰਨ ਲੱਗ ਪਏ ਸੀ। ਪਰ ਗੁਰੂ ਬਾਬਾ ਜੀ ਉਸੇ ਤਰ੍ਹਾਂ ਬਿਲਕੁਲ ਜਿਹੜਾ ਸੀ ਜਗਨਨਾਥ ਨਾਮ ਦਾ ਮੰਦਿਰ ਬਣਿਆ ਹੋਇਆ ਬਹੁਤ ਵੱਡਾ, ਉਹਦੇ ਦਰਵਾਜ਼ੇ ਦੇ ਅੱਗੇ ਹੀ ਬੈਠੇ ਸੀ। ਪਰ ਸਤਿਗੁਰੂ ਜੀ ਨੇ ਆਪਣੇ ਆਰਤੀ ਦੇ ਵਿੱਚ ਖੜਿਆਂ ਹੋ ਕੇ ਕੋਈ ਵੀ ਹਾਜ਼ਰੀ ਨਹੀਂ ਲਵਾਈ, ਨਾ ਟਲ ਖੜਕਾਏ। ਉਸੇ ਤਰ੍ਹਾਂ ਚੌਂਕੜਾ ਮਾਰ ਕੇ ਬੈਠੇ ਰਹੇ। ਜਦੋਂ ਪੰਡਿਆਂ ਨੇ ਆਰਤੀ ਦੀ ਕੀਤੀ ਸਮਾਪਤੀ, ਪੁੱਛਿਆ, ਐ ਫਕੀਰ ਸਾਈਂ, ਤੈਨੂੰ ਫਿਰ ਇੱਥੇ ਠਾਕਰ ਜੀ ਦੇ ਮੰਦਿਰ ਦੇ ਵਿੱਚ ਆਉਣ ਦਾ ਫਾਇਦਾ ਕੀ ਹੋਇਆ? ਤੈਂ ਖੜਿਆਂ ਹੋ ਕੇ ਠਾਕਰ ਦੀ ਜਿਹੜੀ ਆਰਤੀ ਤਾਂ ਕੀਤੀ ਨਹੀਂ। ਉਸ ਸਮੇਂ ਗੁਰੂ ਬਾਬਾ ਜੀ ਕਹਿਣ ਲੱਗੇ, ਐ ਪੰਡੇ ਲੋਗੋ, ਅਸੀਂ ਤਾਂ ਉਸ ਕਾਲ ਪੁਰਖ ਵਾਹਿਗੁਰੂ ਦੀ ਇਹੋ ਜਿਹੀ ਆਰਤੀ ਸਦਾ ਵਾਸਤੇ ਕਰਦੀ ਰਹਿੰਦੇ ਹਾਂ। ਤੁਸੀਂ ਤਾਂ ਛੋਟਾ ਜਿਹਾ ਥਾਲ ਬਾਲ ਕੇ ਉਹਦੇ ਵਿੱਚ 2-4 ਦੀਵੇ ਜਗਾ ਲੈਂਦੇ ਹੋ, ਫਿਰ ਆਪਣ ਕਹਿੰਦੇ ਹੋ ਵੀ ਅਸੀਂ ਆਪਣੇ ਭਗਵਾਨ ਦੀ ਆਰਤੀ ਕਰ ਲਈ ਹੈ। ਗੁਰੂ ਬਾਬਾ ਜੀ ਕਹਿਣ ਲੱਗੇ, ਜਿਹੜਾ ਨਿਰਗੁਣ ਪਰਮਾਤਮਾ, ਉਹਦੀ ਤਾਂ ਆਰਤੀ ਸਦਾ ਵਾਸਤੇ ਹੁੰਦੀ ਰਹਿੰਦੀ ਹੈ। ਕਹਿਣ ਲੱਗੇ ਵੀ ਦੱਸੋ ਫਿਰ ਕਿਹੜੀ ਆਰਤੀ ਤੁਸੀਂ ਆਪ ਕਰਦੇ ਰਹਿੰਦੇ ਹੋ, ਸਾਨੂੰ ਵੀ ਪਤਾ ਲੱਗ ਜੂ। ਉਸ ਸਮੇਂ ਗੁਰੂ ਬਾਬਾ ਜੀ ਨੇ ਗगन में थाल राव चंद दीपक बने तारका मंडल जनक मोती, इस शब्द द्वारा श्री गुरु नानक देव जी महाराज ने समझाया, गगन में थाल, तुहाडे थाल दी थां ते किहड़ा है? आकाश रूपी गोलाकार ਬਣਿਆ ਹੋਇਆ, ਜਿਵੇਂ ਥਾਲ ਵੀ ਗੋਲਾਕਾਰ ਦਾ ਹੋਇਆ ਕਰਦਾ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿਣ ਲੱਗੇ ਵੀ ਉਸ ਨਿਰਗੁਣ ਪਰਮਾਤਮਾ ਦੀ ਆਰਤੀ ਤਾਂ ਇਸੇ ਤਰ੍ਹਾਂ ਹੀ 12 ਮਹੀਨੇ 30 ਦਿਨ ਹੁੰਦੀ ਰਹਿੰਦੀ ਹੈ। ਸੁਣ ਕਰਕੇ ਇਹਨਾਂ ਨੇ ਵੀ ਮਨ ਦੇ ਵਿੱਚ ਅੰਦਾਜ਼ਾ ਲਗਾ ਲਿਆ ਵੀ ਅਸੀਂ ਤਾਂ ਇੱਕ ਦਿਖਾਵੇ ਮਾਤਰ ਆਰਤੀਆਂ ਕਰਦੇ ਰਹਿੰਦੇ ਹਾਂ ਆਪਣੇ ਠਾਕਰ ਦੀਆਂ, ਪਰ ਜਿਹੜਾ ਸਾਡਾ ਮਨ ਉਹ ਕਦੇ ਵੀ ਟਿਕਦਾ ਤਾਂ ਹੈ ਨਹੀਂ। ਉਸ ਟਾਈਮ 'ਤੇ ਵੀ ਬੜੇ ਜਿਹੜੇ ਸੰਕਲਪ ਵਿਕਲਪ ਇਹਦੇ ਅੰਦਰ ਪੈਦਾ ਹੁੰਦੇ ਹੀ ਰਹਿੰਦੇ ਹਨ। ਸਤਿਗੁਰੂ ਜੀ ਕਹਿਣ ਲੱਗੇ ਵੇ ਅਗਰ ਮਨ ਦੇ ਵਿੱਚ ਟਿਕਾਪਣਾ ਤਾਂ ਪੈਦਾ ਹੋਇਆ ਨਹੀਂ ਅਜੇ ਤੱਕ, ਫਿਰ ਤੁਹਾਨੂੰ ਇਹਨਾਂ ਬਾਝ ਤੌਰ 'ਤੇ ਆਰਤੀਆਂ ਕੀਤੀਆਂ ਹੋਈਆਂ ਦਾ ਲਾਭ ਕੀ ਪ੍ਰਾਪਤ ਹੋਇਆ? ਸੁਣਨ ਅਨੁਸਾਰ ਬੜੇ ਬੜੇ ਜਿਹੜੇ ਵਿਦਵਾਨ ਹੋਰ ਵੀ ਇਹੋ ਜਿਹੇ ਧਾਰਮਿਕ ਅਸਥਾਨਾਂ 'ਤੇ ਮੁਸਾਫਰ ਦੂਰੋਂ ਦੂਰੋਂ ਚੱਲ ਕਰਕੇ ਆਇਆ ਕਰਦੇ ਸੀ। ਬੜੀ ਹੈਰਾਨਗੀ ਪੈਦਾ ਹੋ ਗਈ ਸਾਰਿਆਂ ਦੇ ਮਨ ਦੇ ਅੰਦਰ ਜਦੋਂ ਸਤਿਗੁਰੂ ਜੀ ਦੇ ਬਚਨ ਨੇ ਪੜ੍ਹੇ, ਧਿਆਨ ਦੇ ਨਾਲ ਸੁਣ ਲਏ ਸਨ। ਇਤਿਆਦਿਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚਾਰਨ ਕਰਦੇ ਨੇ, ਆਪਣੇ ਮਨਾਂ ਨੂੰ ਇਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੁਣ ਕਰ ਪੰਡੇ ਬੰਦਨ ਕਰਹੀ। ਉਸੇ ਟਾਈਮ ਤੇ ਸਾਰੇ ਪੰਡੇ ਗੁਰੂ ਬਾਬਾ ਜੀ ਦੇ ਸੁਣ ਕਰਕੇ ਨਾ ਬਚਨ ਚਰਨਾਂ ਦੇ ਉੱਪਰ ਬਾਰ-ਬਾਰ
ਮੱਥੇ ਟੇਕਣ ਲੱਗ ਪਈ ਵੀ ਠੀਕ ਹੈ, ਇਹਨਾਂ ਦੇ ਕੀਤੇ ਹੋਏ ਬਚਨ ਬਿਲਕੁਲ ਸੱਚੇ ਹਨ। ਅਜੇ ਤੱਕ ਸਾਡੇ ਮਨਾਂ ਦੇ ਅੰਦਰ ਕੋਈ ਵੀ ਇਕਾਗਰਤਾ ਨਹੀਂ ਪੈਦਾ ਹੋਈ ਹੈ। ਮਹਾਪੁਰਖ ਹੀ ਬਚਨ ਉਚਰਹੀ। ਇਹਨਾਂ ਨੇ ਤਾਂ ਇਹੋ ਜਿਹੇ ਤਤ ਗਿਆਨ ਦੇ ਪ੍ਰਵਚਨ ਆਪਾਂ ਨੂੰ ਸਾਰਿਆਂ ਨੂੰ ਸੁਣਾ ਦਿੱਤੇ ਹਨ। ਕਹਿ ਸਤ ਸਭ ਇਨ ਕੋ ਕਹਿਨੋ। ਇਹਨਾਂ ਦਾ ਤਾਂ ਕੱਲਾ ਕੱਲਾ ਬਚਨ ਬਿਲਕੁਲ 116 ਨੇ ਸੱਚਾ ਹੈ। ਸਾਡੇ ਮਨ ਦੇ ਵਿੱਚ ਕੋਈ ਅਜੇ ਤੱਕ ਇਕਾਗਰਤਾ ਨਹੀਂ ਪੈਦਾ ਹੋਈ ਹੈ। ਮਨ ਸਥਿਰ ਇੱਕ ਛਿਨ ਨਹਿ ਰਹਿਨੋ। ਮਨ ਸਥਿਰ ਇੱਕ ਛਿਨਾ ਰਹਿਨੋ, ਉਹ ਵੀ ਸੋਚਣ ਲੱਗੇ। ਗੁਰੂ ਬਾਬਾ ਜੀ ਦੇ ਬਚਨਾਂ ਨੂੰ ਸੁਣ ਕੇ ਵੀ ਠੀਕ ਹੀ ਹੈ, ਇੱਕ ਛਿਨ ਮਾਤਰ ਸਾਡਾ ਜਿਹੜਾ ਮਨ ਕਦੇ ਵੀ ਇਕਾਗਰਤਾ ਦੇ ਵਿੱਚ ਨਹੀਂ ਆਉਂਦਾ ਹੈ। ਦੋਏ ਦਿਵਸ ਤਹਿ ਰਾਖਿਓ ਡੇਰਾ। 2 ਦਿਨ ਗੁਰੂ ਬਾਬਾ ਜੀ ਨੇ ਜਿਹੜੀ ਹੈ ਜਗਨਨਾਥ ਦੀ ਪੁਰੀ, ਇਹਦੇ ਵਿੱਚ ਆਪਣੇ ਡੇਰੇ ਲਗਾ ਕਰਕੇ ਰੱਖੇ ਸਨ। ਇਸ ਥਾਂ 'ਤੇ ਵੀ ਬਹੁਤ ਵੱਡੇ ਵੱਡੇ ਜਿਹੜੇ ਮੰਦਰ, ਕੋਈ 100 ਫੁੱਟ ਦੀ ਲੰਬਾਈ ਚੌੜਾਈ ਭਗਵਾਨ ਕ੍ਰਿਸ਼ਨ ਜੀ ਦੀ ਯਾਦ ਦੇ ਵਿੱਚ ਬਣੇ ਹੋਏ ਹਨ। ਬਹਰੋ ਗਗਨੇ ਹੋਤ ਸਵੇਰਾ। ਜਦੋਂ ਅਗਲੇ ਦਿਨ ਦਾ ਚੜ ਗਿਆ ਸੂਰਜ, ਗੁਰੂ ਬਾਬਾ ਜੀ ਨੇ ਆਪਣੇ ਡੇਰੇ ਇਥੋਂ ਅੱਗੇ ਨੂੰ ਕੂਚ ਕਰ ਦਿੱਤਾ ਸੀ। ਕਿਤ ਖਦੂਰ ਗੀ ਸਾਗਰ ਤੀਰਾ। ਜਦੋਂ ਚਲਦੇ ਆ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਮੁੰਦਰ ਦੇ ਕਿਨਾਰੇ ਤੇ ਪਹੁੰਚ ਗਏ ਹਨ। ਅਤ ਤਰੰਗ ਕੋ ਉਛਰਤ ਨੀਰਾ। ਹੁਣ ਸਮੁੰਦਰ ਦੇ ਵਿੱਚ ਕੁਦਰਤੀ ਗੱਲ ਹੈ, ਹਵਾ ਦੇ ਵੇਗ ਦੇ ਨਾਲ ਵੱਡੀਆਂ ਵੱਡੀਆਂ ਜਿਹੜੀਆਂ ਲਹਿਰਾਂ ਉੱਠਦੀਆਂ ਹੀ ਰਹਿੰਦੀਆਂ ਨੇ ਹਰ ਵਕਤ। ਪੁੰਨ ਤਟ ਬੈਠੀ ਕਿਰਪਾ ਨਿਧਾਨ। ਉਸ ਸਮੇਂ ਕਿਰਪਾ ਦੇ ਖਜ਼ਾਨੇ ਗੁਰੂ ਬਾਬਾ ਜੀ ਨੇ ਆਪਣਾ ਜਿਹੜਾ ਡੇਰਾ ਸਮੁੰਦਰ ਦੇ ਕਿਨਾਰੇ ਤੋਂ ਥੋੜੀ ਜੀ ਦੂਰੀ ਤੇ ਲਗਾਤਾ। ਗਾਵਨ ਲੱਗਾ ਸ਼ਬਦ ਮਰਦਾਨਾ। ਉਸ ਸਮੇਂ ਭਾਈ ਮਰਦਾਨਾ ਜੀ ਨੂੰ ਹੁਕਮ ਹੋਇਆ ਵੀ ਰਬਾਬ ਉਠਾ। ਜਿਹੜੀ ਰੱਬੀ ਬਾਣੀ ਆਈ ਹੈ ਸੁਣ ਕਰਕੇ ਉਸ ਸਮੇਂ ਭਾਈ ਮਰਦਾਨਾ ਜੀ ਨੇ ਗੁਰੂ ਬਾਬਾ ਜੀ ਨੂੰ ਇਲਾਹੀ ਬਾਣੀ ਦੇ ਸ਼ਬਦਾਂ ਦਾ ਕੀਰਤਨ ਕਰਕੇ ਸੁਣਾਇਆ। ਉੱਚੀ ਸੁਰਸੋਂ ਔਰ ਹਰ ਖਾਇਓ। ਔਰ ਹਰ ਖਾਇਓ, ਬੜੀ ਮਸਤੀ ਦੇ ਵਿੱਚ ਆ ਕੇ ਭਾਈ ਮਰਦਾਨਾ ਜੀ ਤਾਂ ਫਿਰ ਇਹੋ ਜਿਹਾ ਜਿਹੜਾ ਰੱਬੀ ਬਾਣੀ ਦੇ ਸ਼ਬਦਾਂ ਦਾ ਕੀਰਤਨ ਗੁਰੂ ਬਾਬਾ ਜੀ ਨੂੰ ਸੁਣਾਇਆ ਕਰਦੇ। ਜਦੋਂ ਵੀ ਕਿਤੇ ਇਲਾਹੀ ਹੁਕਮ ਹੋਇਆ ਕਰਦਾ ਸੀ, ਅਦਕ ਮਨੋਗ ਰਬਾਬ ਬਜਾਇਓ। ਬੜਾ ਹੀ ਇਹੋ ਜਿਹਾ ਸੁੰਦਰ ਮਸਤੀ ਦੇ ਵਿੱਚ ਆ ਕੇ ਜਦੋਂ ਭਾਈ ਮਰਦਾਨਾ ਜੀ ਨੇ ਆਪਣਾ ਰਬਾਬ ਵਜਾਇਆ। ਦੋਹਰਾ ਇੱਕ ਮਿਰਤਕ ਮਾਨਵ ਪਰਾ ਬ੍ਰਿਕ ਖਾਈ ਤਿਹ ਆਈ। ਕੀਰਤਨ ਸੁਣਦਿਆਂ ਗੁਰੂ ਬਾਬਾ ਜੀ ਤਾਂ ਹੋ ਗਏ ਸਮਾਧੀ ਦੇ ਵਿੱਚ ਲੀਨ। ਭਾਈ ਮਰਦਾਨਾ ਜੀ ਨੇ ਆਪਣਾ ਰਬਾਬ ਮੋਢੇ ਦੇ ਉੱਪਰ ਰੱਖਿਆ ਹੋਇਆ। ਉਸ ਟਾਈਮ ਤੇ ਇੱਕ ਦੂਜੇ ਦੇ ਸਾਹਮਣੇ ਗੁਰੂ ਬਾਬਾ ਜੀ ਬੈਠੇ ਸਨ। ਜਿਸ ਦਿਸ਼ਾ ਦੇ ਵੱਲ ਗੁਰੂ ਬਾਬਾ ਜੀ ਦੀ ਕੀਤੀ ਹੋਈ ਹੈ ਕੰਡ, ਉਸ ਦਿਸ਼ਾ ਦੇ ਵੱਲ ਭਾਈ ਮਰਦਾਨਾ ਜੀ ਨੇ ਆਪਣਾ ਮੁੱਖ ਕੀਤਾ ਹੋਇਆ। ਜੰਗਲ ਬਿਆਵਾਨਾਂ ਦੇ ਸਾਹਮਣੇ ਕਿਹੋ ਜਿਹਾ ਅਚਰਜ ਕੌਤਕ ਭਾਈ ਮਰਦਾਨਾ ਜੀ ਨੇ ਜਦੋਂ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਵੀ ਉਹ ਥੋੜੀ ਜਿਹੀ ਦੂਰੀ ਤੇ ਇੱਕ ਮੁਰਦਾ ਪਿਆ ਸੀ। ਰੋਈਆਂ ਬਿਆਵਾਨਾਂ 'ਚੋਂ ਇੱਕ ਬਘਿਆੜ ਚੱਲ ਕਰਕੇ ਜਦੋਂ ਆਇਆ, ਉਹਨੇ ਹੁਣ ਪਹਿਲਾਂ ਮੁਰਦੇ ਦੇ ਕੱਲੇ ਕੱਲੇ ਅੰਗ ਨੂੰ ਸੁੰਘਿਆ, ਪੈਰ ਸੁੰਘੇ, ਕਦੇ ਹੱਥਾਂ ਨੂੰ, ਕਦੇ ਉਹਦੀਆਂ ਅੱਖਾਂ ਨੂੰ ਸੁੰਘਣ ਲੱਗ ਜਾਂਦਾ ਹੈ। ਹੁਣ ਜਿਹਦੀ ਖੁਰਾਕ ਹੀ ਕੁਦਰਤ ਨੇ ਕੱਚਾ
ਮਾਸ ਬਣਾਇਆ ਹੋਇਆ ਨਾ, ਉਸ ਸਮੇਂ ਬਘਿਆੜ ਨੇ ਜਦੋਂ ਕੱਲਾ ਕੱਲਾ ਅੰਗ ਸੁੰਘਿਆ ਉਸ ਮੁਰਦੇ ਦਾ, ਖਾਧਾ ਨਹੀਂ। ਦੇਖਣ ਤੋਂ ਪ੍ਰਤੀਤ ਹੁੰਦਾ ਸੀ ਵੀ ਜਿਵੇਂ ਕਈ ਦਿਨ ਦਾ ਭੁੱਖਾ ਹੁੰਦਾ ਹੈ। ਲੱਕ ਨਾਲ ਲੱਗਿਆ ਹੋਇਆ ਸੀ। ਬਘਿਆੜ ਵਾਪਸ ਮੁੜ ਗਿਆ ਜੰਗਲਾਂ ਦੇ ਵੱਲ, ਪਰ ਥੋੜ੍ਹੀ ਦੂਰ ਜਾ ਕੇ ਫਿਰ ਵਾਪਸ ਆ ਗਿਆ। ਪਹਿਲਾਂ ਦੇ ਸਮਾਨ ਇਕੱਲੇ ਇਕੱਲੇ ਅੰਗ ਨੂੰ ਜਦੋਂ ਸੁੰਘਿਆ ਇਹਨੇ, ਪਰ ਫਿਰ ਵੀ ਮੁਰਦੇ ਦਾ ਜਿਹੜਾ ਮਾਸ ਨਹੀਂ ਖਾਧਾ। ਬਘਿਆੜ ਨੇ ਉਸੇ ਤਰ੍ਹਾਂ ਵਾਪਸ ਚੱਲ ਪਿਆ। ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਨੇਤਰ ਖੋਲ੍ਹੇ, ਭਾਈ ਮਰਦਾਨਾ ਜੀ ਨੇ ਦੇਖ ਲਿਆ ਵੀ ਹੁਣ ਸਤਿਗੁਰੂ ਜੀ ਸਮਾਧੀ ਤੋਂ ਉਥਾਨ ਹੋ ਗਏ। ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਆ ਸਾਹਮਣੇ ਮੈਂ ਇੱਕ ਇਹੋ ਜਿਹੀ ਅਚਰਜ ਵਾਰਤਾ ਦੇ ਕਰਕੇ ਬੜਾ ਹੈਰਾਨ ਹੋ ਗਿਆ ਵੀ ਬਘਿਆੜ ਦੇਖਣ ਤੋਂ ਪ੍ਰਤੀਤ ਹੁੰਦਾ ਵੀ ਜਿਵੇਂ ਕਈ ਦਿਨਾਂ ਦਾ ਭੁੱਖਾ ਹੋਵੇ, ਲੱਕਾ ਉਹਦਾ ਨਾਲ ਲੱਗਿਆ ਹੋਇਆ। ਪਰ ਸੱਚੇ ਪਾਤਸ਼ਾਹ ਆ ਮੁਰਦੇ ਨੂੰ ਸੁੰਘ ਕਰਕੇ ਵਾਪਸ ਮੁੜ ਗਿਆ। ਥੋੜ੍ਹੀ ਦੂਰ ਤੋਂ ਜਾ ਕਰਕੇ ਫਿਰ ਉਸੇ ਤਰ੍ਹਾਂ ਵਾਪਸ ਆ ਗਿਆ ਸੀ। ਕੱਲੇ ਕੱਲੇ ਹੱਥਾਂ ਪੈਰਾਂ ਨੂੰ ਸੁੰਘ ਕਰਕੇ ਫਿਰ ਵਾਪਸ ਚਲਿਆ ਗਿਆ। ਪਰ ਉਸ ਸਮੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਭਾਈ ਮਰਦਾਨੇ ਇਉਂ ਕਰ ਵੀ ਇਹਨੂੰ ਹਾਕ ਮਾਰ ਕੇ ਬੁਲਾ ਲੈ, ਤੇਰੇ ਮਨ ਦਾ ਜਿਹੜਾ ਸੰਸਾ ਦੂਰ ਕਰ ਦੇਣਾ। ਜਦੋਂ ਭਾਈ ਮਰਦਾਨਾ ਜੀ ਨੇ ਮਾਰੀ ਹਾਕ, ਪਰ ਬਘਿਆੜ ਨੇ ਜਦੋਂ ਤੁਰਕੀ ਬਾਣੀ ਦੇ ਸ਼ਬਦਾਂ ਦਾ ਕੀਰਤਨ ਸੁਣਿਆ ਤੇ ਇਹਨੂੰ ਵੀ ਫਿਰ ਇਹੋ ਜਿਹੀ ਮਨੁੱਖਾਂ ਦੇ ਸਮਾਨ ਬੋਲਣ ਦੀ ਜਿਹੜੀ ਤਾਕਤ ਪ੍ਰਾਪਤ ਹੋ ਗਈ ਹੈ। ਜਦੋਂ ਭਾਈ ਮਰਦਾਨਾ ਜੀ ਨੇ ਹਾਕ ਮਾਰੀ ਨਾ, ਉਸੇ ਟਾਈਮ 'ਤੇ ਬਘਿਆੜ ਵੀ ਗੁਰੂ ਬਾਬਾ ਜੀ ਦੇ ਪਾਸ ਚੱਲ ਕੇ ਆ ਗਿਆ। ਇਹਨੇ ਵੀ ਨਮਸਕਾਰ ਕੀਤੀ। ਭਾਈ ਮਰਦਾਨਾ ਜੀ ਨੇ ਪੁੱਛਿਆ ਵੀ ਕੀ ਗੱਲ ਹੋ ਗਈ, ਤੈਂ ਮੁਰਦੇ ਦਾ ਮਾਸ ਕਿਉਂ ਨਹੀਂ ਖਾਧਾ? ਕੱਲਾ ਕੱਲਾ ਅੰਗ ਦਾ ਸੁੰਘ ਕੇ ਵਾਪਸ ਮੁੜ ਗਿਆ। ਆ ਦੇਖਣ ਤੋਂ ਪ੍ਰਤੀਤ ਹੁੰਦਾ ਵੀ ਜਿਵੇਂ ਤੈਨੂੰ ਕਈ ਦਿਨ ਹੋ ਗਏ ਕੁਝ ਵੀ ਖਾਣ ਪੀਣ ਵਾਸਤੇ ਪ੍ਰਾਪਤ ਨਹੀਂ ਹੋਇਆ। ਉਸ ਸਮੇਂ ਬਘਿਆੜ ਨੇ ਵੀ ਮਨੁੱਖਾ ਬੋਲੀ ਦੇ ਵਿੱਚ ਬੋਲ ਕਰਕੇ ਭਾਈ ਮਰਦਾਨਾ ਜੀ ਨੂੰ ਇਹ ਸਾਰੀ ਗੱਲਬਾਤ ਦੱਸੀ। ਕਹਿਣ ਲੱਗਿਆ ਵੀ ਜਦੋਂ ਤੈਂ ਰੱਬੀ ਬਾਣੀ ਦਾ ਕੀਤਾ ਨਾ ਕੀਰਤਨ, ਮੇਰਾ ਜਿਹੜਾ ਮਨ ਨਿਰਮਲ ਸ਼ੁੱਧ ਹੋ ਗਿਆ ਤੇ ਮੈਨੂੰ ਇਤਨਾ ਗਿਆਨ ਪ੍ਰਾਪਤ ਹੋ ਗਿਆ ਹੈ ਗੁਰੂ ਬਾਬਾ ਜੀ ਦੀ ਕਿਰਪਾ ਦੁਆਰਾ ਵੀ ਪਿਛਲੇ ਜਨਮ ਦੇ ਵਿੱਚ ਜਿਹੜਾ ਇਹ ਮੁਰਦਾ ਇਹਨੇ ਕਿਹੋ ਜਿਹੇ ਕਰਮ ਕੀਤੇ ਸਨ। ਬਘਿਆੜ ਵੀ ਆਮ ਪੁਰਾਣੀਆਂ ਦੇ ਸਮਾਨ ਬੋਲ ਕੇ ਸਾਰੀ ਗੱਲਬਾਤ ਦੱਸਣ ਲੱਗ ਪਿਆ। ਉਸ ਸਮੇਂ ਕਹਿਣ ਲੱਗਿਆ, ਭਾਈ ਮਰਦਾਨਾ ਜੀ ਵੀ ਜਦੋਂ ਰੱਬੀ ਬਾਣੀ ਦਾ ਸੁਣ ਕਰਕੇ ਕੀਰਤਨ ਤੇ ਮੈਨੂੰ ਇਸ ਗੱਲ ਦਾ ਜਿਹੜਾ ਗਿਆਨ ਅੰਦਰ ਹੀ ਪ੍ਰਾਪਤ ਹੋ ਗਿਆ ਹੈ ਵੀ ਇਸ ਮੁਰਦੇ ਨੇ ਆਪਣੇ ਜੀਵਨ ਦੌਰਾਨ ਕਿਹੋ ਜਿਹੇ ਕਰਮ ਕੀਤੇ ਵੀ ਪਹਿਲਾਂ ਮੈਂ ਕੱਲਾ ਕੱਲਾ ਅੰਗ ਸੁੰਘਿਆ ਵੀ ਕਿਤੇ ਪੈਰਾਂ ਦੇ ਨਾਲ ਚੱਲ ਕਰਕੇ ਸਤਸੰਗ ਦੇ ਵਿੱਚ ਗਿਆ ਹੋਏਗਾ, ਫਿਰ ਹੱਥਾਂ ਦੇ ਨਾਲ ਕੋਈ ਦਾਨ ਪੁੰਨ ਕੀਤਾ ਹੋ ਆਪਣੀ ਜ਼ਿੰਦਗੀ ਦੇ ਵਿੱਚ, ਕਦੇ ਭੁੱਲ ਭੁਲੇਖੇ ਅੱਖਾਂ ਦੇ ਨਾਲ ਸਾਧੂ ਮਹਾਤਮਾ ਦੇ ਦਰਸ਼ਨ ਕੀਤੇ ਹੋਣ,
ਪਰ ਜਦੋਂ ਮੈਂ ਦੇਖਿਆ ਵੀ ਤਾਂ ਬਿਲਕੁਲ ਕੋਰ ਹੀ ਹੈ। ਇਹਨੇ ਤਾਂ ਕਦੇ ਜਾ ਕਰਕੇ ਗੁਰੂ ਪੀਰਾਂ ਦੇ ਅੱਗੇ ਆਪਣਾ ਸਿਰ ਵੀ ਨਹੀਂ ਝੁਕਾਇਆ। ਫਰੀਦਾ ਜੋ ਸਿਰ ਸਾਈਂ ਨਾ ਨਿਵੈ, ਸੋ ਸਿਰ ਕਾਪੋ ਤਾਰ। ਗੁਰੂ ਕਰਦੇ ਵੇਦ ਵਿਆਸ। ਭਾਈ ਗੁਰਦਾਸ ਜੀ ਨੇ ਵੀ ਸਰੀਰ ਦੇ ਕੱਲੇ ਕੱਲੇ ਅੰਗ ਨੂੰ ਆਪਣੇ ਵੱਲੋਂ ਬੜੀ ਲਾਹਨਤ ਫਟਕਾਰ ਪਾਈ ਹੋਈ ਹੈ। ਤ੍ਰਿਗ ਸਿਰ ਜੋ ਗੁਰ ਨਾ ਨਵੈ, ਗੁਰ ਲੱਗੇ ਨਾ ਚਰਨੀ। ਵੀ ਉਹ ਤਾਂ ਸ੍ਰੀ ਉਹਨੂੰ ਤ੍ਰਿਗਾਕਾਰ ਹੈ। ਜੇ ਕਹਿੰਦੇ 100 ਵਾਰੀ ਫਿੱਟੇ ਮੂੰਹ ਕਿਸੇ ਨੂੰ ਕਹਿ ਦਈਏ ਫਿਰ ਉਹਦੀ ਇੱਕ ਤ੍ਰਿਗ ਬਣਿਆ ਕਰਦੀ ਹੈ। ਤ੍ਰਿਗ ਸਿਰ ਜੋ ਗੁਰ ਨਾ ਨਵੈ, ਗੁਰ ਲੱਗੇ ਨਾ ਚਰਨੀ। ਵੀ ਕਦੇ ਵੀ ਇਹਨੇ ਕਿਸੇ ਸਾਧੂ ਫਕੀਰ ਮਹਾਂਪੁਰਖਾਂ ਦੇ ਅੱਗੇ ਆਪਣਾ ਮੱਥਾ ਟੇਕਿਆ ਹੀ ਨਹੀਂ। ਮੈਂ ਕੱਲਾ ਕੱਲਾ ਸੁੰਘਾ ਅੰਗ ਤਾਂ ਸੁੰਘਿਆ ਵੀ ਸ਼ਾਇਦ ਕੋਈ ਨਾ ਕੋਈ ਅੰਗ ਤਾਂ ਇਹਦਾ ਸੇਵਾ ਜਾਂ ਫਿਰ ਭਗਤੀ ਦੁਆਰਾ ਪਵਿੱਤਰ ਹੋਇਆ ਹੋਵੇਗਾ ਨਾ। ਜੇ ਕੀਤਾ ਹੋ ਕੋਈ ਐਸਾ ਸ਼ੁਭ ਕਰਮ। ਪਰ ਜਦੋਂ ਮੈਂ ਦੇਖ ਲਿਆ ਵੀ ਤਾਂ ਬਿਲਕੁਲ 100% ਕੋਰੇ ਹੀ ਹੈ। ਕਦੇ ਇਹਨੇ ਪਰਮਾਤਮਾ ਦੇ ਅੱਗੇ ਸੀਸ ਨਹੀਂ ਝੁਕਾਇਆ। ਕੰਨਾਂ ਦੇ ਨਾਲ ਕਦੇ ਪਰਮਾਰਥਕ ਵਿਚਾਰਾਂ ਨਹੀਂ ਸੁਣੀਆਂ। ਹੱਥਾਂ ਦੇ ਨਾਲ ਕੋਈ ਦਾਨ ਪੁੰਨ ਨਹੀਂ ਕੀਤਾ। ਪੈਰਾਂ ਦੇ ਨਾਲ ਕਦੇ ਚੱਲ ਕਰਕੇ ਸੰਗਤ ਦੇ ਵਿੱਚ ਨਹੀਂ ਗਿਆ। ਇਤਨਾ ਮੈਨੂੰ ਗਿਆਨ ਗੁਰੂ ਬਾਬਾ ਜੀ ਦੀ ਕਿਰਪਾ ਦੁਆਰਾ ਪ੍ਰਾਪਤ ਹੋ ਗਿਆ ਵੀ ਪਹਿਲਾਂ ਹੀ ਇਹੋ ਜਿਹੀ ਕੋਈ ਕਰਮਾਂ ਦਾ ਫਲ ਪਰਮਾਤਮਾ ਨੇ ਜਿਹੜੀ ਬਘਿਆੜ ਦੀ ਨਿਸ਼ਚਿਤ ਜਵਾਨੀ ਮੈਨੂੰ ਦਿੱਤੀ ਹੋਈ ਹੈ। ਜੇ ਕਿਤੇ ਮੈਂ ਮੁਰਦੇ ਦਾ ਖਾ ਲਿਆ ਨਾ ਮਾਸ, ਕੋਈ ਪਤਾ ਨਹੀਂ ਕਿਹੜੇ ਵੇ ਮੈਨੂੰ ਕੁੰਭੀ ਨਰਕਾਂ ਦੇ ਵਿੱਚ ਡਿੱਗਣਾ ਪਏਗਾ। ਉਸ ਸਮੇਂ ਸਾਰੀ ਜਿਹੜੀ ਵਾਰਤਾ ਬਘਿਆੜ ਨੇ ਆਪ ਭਾਈ ਮਰਦਾਨਾ ਜੀ ਨੂੰ ਜਦੋਂ ਦੱਸੀ ਸੁਣ ਕੇ ਹੈਰਾਨ ਹੋ ਗਿਆ ਸੀ। ਆਦਿਕ ਛੁਦਾ ਜਿਹ ਕੋ ਲੱਗੀ, ਚੂਮਿਓ ਮਸਤਕ ਜਾਈ। ਜਿਸ ਬਘਿਆੜ ਨੂੰ ਭੁੱਖ ਤਾਂ ਕਈ ਦਿਨਾਂ ਦੀ ਬਹੁਤ ਜ਼ਿਆਦਾ ਲੱਗੀ ਹੋਈ ਹੈ, ਆ ਕਰਕੇ ਪਹਿਲਾਂ ਇਹਦੇ ਪਹਿਲਾਂ ਮੱਥੇ ਨੂੰ ਸੁੰਘਿਆ ਵੀ ਸ਼ਾਇਦ ਕਦੇ ਨਾ ਕਦੇ ਜਾ ਕਰਕੇ ਇਹਨੇ ਕਿਸੇ ਧਾਰਮਿਕ ਸਥਾਨ ਦੇ ਵਿੱਚ ਮੱਥਾ ਟੇਕਿਆ ਹੋਵੇਗਾ। ਚੌਪਈ ਨਹਿ ਖਾਇਓ, ਹਟ ਕਰ ਸੋ ਗਇਓ। ਇਸੇ ਕਰਕੇ ਮੈਂ ਦੇਖ ਲਿਆ ਵੀ ਇਹ ਤਾਂ ਮੁਰਦਾ ਬਿਲਕੁਲ ਅਪਵਿੱਤਰ ਹੈ ਨਾ। ਕੋਈ ਵੀ ਇਹਦਾ ਅੰਗ ਸੇਵਾ ਭਗਤੀ ਦੁਆਰਾ ਪਵਿੱਤਰ ਤਾਂ ਹੋਇਆ ਨਹੀਂ। ਸੋ ਕਰਕੇ ਮੈਂ ਵਾਪਸ ਮੁੜ ਗਿਆ ਸੀ। ਦੂਰ ਜਾਈ ਪੁਨ ਆਵਤ ਭਇਓ। ਕਾਫੀ ਦੂਰੀ ਤੋਂ ਜਾ ਕਰਕੇ ਫਿਰ ਮੈਂ ਵਾਪਸ ਮੁੜਿਆ ਵੀ ਚਲੋ ਦੁਬਾਰਾ ਫਿਰ ਨਿਗਾਹ ਮਾਰ ਕੇ ਦੇਖ ਲੈਂਦੇ ਹਾਂ, ਕੋਈ ਨਾ ਕੋਈ ਇਹਦਾ ਜੇ ਅੰਗ ਪਵਿੱਤਰ ਹੋਏਗਾ। ਪੱਗ ਕਰ ਔਰ ਸੂੰਗਾ ਤਿਹ ਸਾਰਾ। ਪਰ ਇਹਨੇ ਕੱਲਾ ਕੱਲਾ ਅੰਗ ਬਾਰ ਬਘਿਆੜ ਨੇ ਜਦੋਂ ਮੁਰਦੇ ਦਾ ਸੁੰਗੜਾ ਕੀਤਾ, ਪਹਿਲਾਂ ਮੱਥਾ ਸੁੰਘਿਆ, ਫਿਰ ਹੱਥਾਂ ਨੂੰ ਪੈਰਾਂ ਨੂੰ ਚੰਗੀ ਤਰ੍ਹਾਂ ਬਾਰ ਸੁੰਘ ਕਰਕੇ ਦੇਖਿਆ ਸੀ। ਬਿਨ ਖਾਈਗਾ ਮਨ ਹੈ ਮਜਾਰਾ। ਦੇ ਲਿਆ ਭਾਈ ਮਰਦਾਨੇ ਜੀ ਵੀ ਉਸੇ ਤਰ੍ਹਾਂ ਮੁਰਦਿਆਂ ਨੂੰ ਛੱਡ ਕੇ ਬਘਿਆੜ ਜੰਗਲਾਂ ਨੂੰ ਵਾਪਸ ਮੁੜ ਚੱਲਿਆ। ਸ਼੍ਰੀ ਪ੍ਰਭ ਸੋਂ ਬੂਝਤ ਮਰਦਾਨਾ। ਉਸ ਟਾਈਮ ਤੇ ਭਾਈ ਮਰਦਾਨਾ ਜੀ ਨੇ ਦੋਵੇਂ ਹੱਥ ਜੋੜਦੇ ਹੋਇਆ ਗੁਰੂ ਬਾਬਾ ਜੀ ਤੋਂ ਇਸ ਬਾਰੇ ਪੁੱਛਣ ਦੇ ਲਈ ਬੇਨਤੀ ਕੀਤੀ ਹੈ। ਮਿਰਤਕ ਕੋ ਬ੍ਰਿਕ ਕੀਨ ਨਾ ਖਾਨਾ। ਸੱਚੇ ਪਾਤਸ਼ਾਹ, ਮੈਂ ਆਪ ਦੇ ਪਿਛਲੇ ਪਾਸੇ ਥੋੜੀ ਜੀ ਦੂਰੀ ਤੇ ਇੱਕ ਬੜਾ ਕੌਤਕ ਦੇ ਕਰਕੇ ਮਨ ਦੇ ਵਿੱਚ
ਹੈਰਾਨ ਹੋ ਗਏ ਆ। ਸੂੰਘ ਹਟਿਓ ਕਿਉ ਕਹੀਏ ਸੁਆਮੀ। ਸੱਚੇ ਪਾਤਸ਼ਾਹ ਇਉਂ ਦੱਸੋ ਵੀ ਇਹਨੇ ਮੁਰਦੇ ਦਾ ਮਾਸ ਖਾਧਾ ਕਿਉਂ ਨਹੀਂ? ਮੇਰੇ ਦੇ ਦਿਆਂ ਕੱਲਾ ਕੱਲਾ ਅੰਗ ਸੌਂ ਕਰਕੇ ਵਾਪਸ ਮੁੜ ਗਿਆ। ਹੁਣ ਜਿਹਦੀ ਖੁਰਾਕ ਹੀ ਕੁਦਰਤ ਨੇ ਕੱਚਾ ਮਾਸ ਬਣਾਈ ਹੋਈ ਹੈ। ਘਟ ਘਟ ਕੇ ਤੁਮ ਅੰਤਰ ਜਾਮੀ। ਸੱਚੇ ਪਾਤਸ਼ਾਹ ਵੀ ਆਪ ਹੋ ਸਰਬੱਗ ਅੰਤਰਜਾਮੀ ਤਿਰਕਾਲ ਦਰਸ਼ੀ ਹੋ। ਸੁਨ ਮਰਦਾਨੇ ਸ਼ਬਦ ਜੋ ਗਾਇਓ। ਉਸ ਸਮੇਂ ਗੁਰੂ ਬਾਬਾ ਜੀ ਕਹਿ ਲਗੇ, ਮਰਦਾਨਿਆਂ ਇਸ ਰੱਬੀ ਬਾਣੀ ਦੇ ਵਿੱਚ ਬੜੀ ਤਾਕਤ ਹੈ, ਬੜੀ ਸ਼ਕਤੀ ਭਰੀ ਹੋਈ ਹੈ ਵੀ ਜਦੋਂ ਤੈਂ ਰਬਾਬ ਦੇ ਨਾਲ ਚੋਮ ਕਰਕੇ ਇਲਾਹੀ ਬਾਣੀ ਦੇ ਸ਼ਬਦਾਂ ਦਾ ਕੀਰਤਨ ਕੀਤਾ। ਜਾਂ ਤੇ ਹਿਰਦਾ ਸੁਧ ਹਵੈ ਆਇਓ। ਜਾਂ ਤੇ ਹਿਰਦਾ ਸੁਧ ਹਵੈ ਆਇਓ, ਵੀ ਉਸੇ ਟਾਈਮ ਤੇ ਸੁਣ ਕਰਕੇ ਨਾ ਇਲਾਹੀ ਬਾਣੀ ਦਾ ਕੀਰਤਨ, ਇਸ ਬਘਿਆੜ ਦਾ ਹਿਰਦਾ ਵੀ ਬਿਲਕੁਲ ਨਿਰਮਲ ਪਵਿੱਤਰ ਹੋ ਗਿਆ ਹੈ। ਪਾਪ ਪੁੰਨ ਕੋ ਭਇਓ ਵਿਚਾਰਾ। ਹੁਣ ਇਸ ਨੂੰ ਇਤਨਾ ਗਿਆਨ ਪ੍ਰਾਪਤ ਹੋ ਗਿਆ ਵੀ ਇਹਨੇ ਆਪਣੇ ਜੀਵਨ ਦੇ ਵਿੱਚ ਕਿਤਨੇ ਪਾਪ, ਕਿਤਨੇ ਪੁੰਨ ਜਾਂ ਕਿਤਨੀ ਕੋਈ ਸੇਵਾ ਜਾਂ ਭਗਤੀ ਵਗੈਰਾ ਕੀਤੀ ਹੈ। ਭਖ ਹੈ ਲਖਿਓ ਆਹਾਰਾ। ਹੁਣ ਇਹਨੂੰ ਵੀ ਪਤਾ ਲੱਗਿਆ ਵੀ ਪੱਖ ਵੀ ਇਹ ਮੁਰਦੇ ਦਾ ਮਾਸ ਮੇਰੇ ਖਾਣ ਦੇ ਲਾਇਕ ਤਾਂ ਹੈ ਨਹੀਂ। ਜੇ ਖਾ ਲਿਆ ਕੋਈ ਪਤਾ ਨਹੀਂ ਕਿਹੜੀ ਮੈਨੂੰ ਫਿਰ ਅਧੋ ਗਤੀ ਪ੍ਰਾਪਤ ਹੋ ਜਾਣੀ ਹੈ। ਦੋਹਰਾ ਮਿਰਤਕ ਬੇਮੁਖ ਨਾਮ ਤੀ ਨਹ ਕੀਨੋ ਸਤ ਸੰਗ। ਗੁਰੂ ਬਾਬਾ ਜੀ ਕਹਿਣ ਲੱਗੇ ਜਿਹੜਾ ਮੁਰਦਾ ਪਿਆ ਆ ਸਾਹਮਣੇ ਹੀ, ਇਹ ਤਾਂ ਬਿਲਕੁਲ ਮਨਮੁਖ ਹੈ। ਸਾਖਤ ਹੈ ਕਬੀਰ ਸਾਖਤ ਤੈ ਸੂਕਰ ਭਲਾ ਰਾਖੈ ਆਛਾ ਗਾਓ। ਉਹ ਸਾਖਤ ਵਪਰਾ ਮਰ ਗਿਆ ਕੋਇ ਨਾ ਲੈਹਾ ਨਾਉ। ਭਗਤ ਕਬੀਰ ਜੀ ਨੇ ਵੀ ਐਸੇ ਪ੍ਰਵਚਨ ਕੀਤੇ ਹੋਏ ਨੇ। ਕਬੀਰ ਸਾਖਤ ਤੇ ਸੂਕਰ ਭਲਾ, ਕਹਿੰਦੇ ਸਾਖਤ ਮੂਰਖ ਗਵਾਰ ਦੇ ਨਾਲੋਂ ਤਾਂ ਮੁਹੱਲੇ ਦਾ ਸੂਰੀ ਚੰਗਾ ਨਾ, ਜਿਹੜਾ ਉੱਥੋਂ ਦੀ ਗੰਦਗੀ ਨੂੰ ਸਾਫ਼ ਕਰੀ ਜਾਂਦਾ ਹੈ। ਕਬੀਰ ਸਾਖਤ ਤੇ ਸੂਕਰ ਭਲਾ ਰਾਖੈ ਆਛਾ ਗਾਓ। ਸੂਰ ਮਰ ਜੇ ਮੁਹੱਲੇ ਦੇ ਲੋਕ ਸ਼ੋਅ ਕਰਦੇ ਨੇ ਵੀ ਹੁਣ ਇੱਥੇ ਦੀ ਗੰਦਗੀ ਕੌਣ ਆ ਕੇ ਸਾਫ਼ ਕਰੂ। ਸਾਖਤ ਤੇ ਸੂਕਰ ਭਲਾ ਰਾਖੈ ਆਛਾ ਗਾਓ। ਉਹ ਸੋਕਤ ਵਪਰਾ ਮਰ ਗਿਆ ਕੋਇਲਾ ਨਾ ਲੈ ਨਾਉ। ਜੇ ਕਿਤੇ ਹੋ ਜਿਆ ਮੂਰਖ ਗਵਾਰ ਮਰ ਜਾਏ, ਸਾਰੇ ਲੋਕ ਮਹੱਲੇ ਦੇ ਮਿਲ ਕਰਕੇ ਸ਼ੁਕਰ ਮਨਾਉਂਦੇ ਨੇ ਵੀ ਚੰਗਾ ਇਹਦਾ ਜੋੜ ਵੱਢਿਆ ਗਿਆ। ਨਹੀਂ ਤਾਂ ਰੋਜ਼ ਦੀ ਰੋਜ਼ ਕਿਸੇ ਨਾਲ ਤਾਂ ਕਿਸੇ ਦੇ ਨਾਲ ਕੋਈ ਹੋ ਜਾਏ। ਸਿੰਘ ਫਸਾਈ ਰੱਖਦਾ ਸੀ, ਕੋਈ ਨਾ ਕੋਈ ਇਹਨੇ ਬਸ ਮਹੱਲੇ ਦੇ ਵਿੱਚ ਲੜਾਈ ਝਗੜਾ ਕਰਵਾਈ ਜਾਣਾ। ਚੰਗਾ ਹੋਇਆ ਇਹੋ ਜਿਹੇ ਦਾ ਜੋੜਾ ਵੱਢਿਆ ਗਿਆ। ਆਂਖ ਨਾ ਦਰਸ਼ਿਓ ਸੰਤ ਕਬ ਹਿਰਦੈ ਨਾ ਹਰ ਕੋ ਰੰਗ। ਕਦੇ ਵੀ ਇਹਨੇ ਅੱਖਾਂ ਦੇ ਨਾਲ ਰੱਬ ਦੇ ਪਿਆਰਿਆਂ ਦਾ ਦਰਸ਼ਨ ਹੀ ਕੀਤਾ, ਨਾ ਕਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਵੀ ਨਹੀਂ ਵਸਾਇਆ। ਚੌਪਈ ਹਸਤਨ ਸੋ ਕਬ ਟਹਿਲ ਨਾ ਕੀਨੀ। ਹਸਤਨ ਸੋ ਕਬ ਟਹਿਲ ਨਾ ਕੀਨੀ, ਵੀ ਆ ਜਿਹੜੇ ਹੱਥ ਨੇ ਇਹਨਾਂ ਦੁਆਰਾ ਕਦੇ ਵੀ ਜਿਹੜੇ ਨੇ ਇਹੋ ਜਿਹੇ ਮਹਾਂਪੁਰਖ ਉਹਨਾਂ ਦੀ ਸੰਗਤ ਦੇ ਵਿੱਚ ਸੇਵਾ ਨਹੀਂ ਕੀਤੀ ਹੈ। ਹੱਥਾਂ ਦਾ ਕੰਮ ਕੀ ਹੈ? ਦਾਨ ਪੁੰਨ ਕਰਨਾ। ਨਾ ਕਦੇ ਕੋਈ ਵੀ ਆਪਣੇ ਜੀਵਨ ਦੌਰਾਨ ਇਸਨੇ ਦਾਨ ਪੁੰਨ ਵੀ ਨਹੀਂ ਕੀਤਾ ਹੈ। ਹਰ ਜਸ ਧੋਨਾ ਸਰਬਨਨ ਨਹਿ ਤੀਨੀ। ਕਦੇ ਵੀ ਕੰਨਾਂ ਦੇ ਨਾਲ ਹਰ ਜਸ ਪਰਮਾਤਮਾ ਦਾ ਜਸ ਨਹੀਂ ਸੁਣਿਆ। ਜਾਣੇ ਸਭੈ ਅੰਗ ਅਪਵਿੱਤਰ। ਜਦੋਂ ਦੇ ਲਿਆ ਵੀ ਤਾਂ ਇਹਦੇ ਸਾਰੀ ਅੰਗ
ਅਪਵਿੱਤਰ ਨੇ ਕੋਈ ਵੀ ਨਿਰਮਲ ਸ਼ੁੱਧ ਨਹੀਂ ਹੋਇਆ। ਇਸ ਖਾਵਨ ਤੀ ਹੋਈ ਅਧੋਗਤ। ਇਸ ਖਾਵਨ ਤੇ ਹੋਏ ਅਧੋਗਤ। ਬਗਿਆੜ ਕਹਿਣ ਲੱਗਾ ਵੀ ਮੈਂ ਸੋਚਿਆ ਅਗਰ ਕਿਤੇ ਹੋ ਜਾਏ ਸਾਕਤ, ਮੂਰਖ ਗਵਾਰ ਦੇ ਸਰੀਰ ਦਾ ਖਾ ਲਿਆ ਮਾਸ, ਪਤਾ ਨਹੀਂ ਫਿਰ ਕਿਹੜੀ ਮੈਨੂੰ ਮਰਨ ਤੋਂ ਬਾਅਦ ਅਧੋਗਤੀ ਪ੍ਰਾਪਤ ਹੋਣੀ ਹੈ। ਜਾਂਤੀ ਤਜਿਓ ਸੁਨੋ ਮਰਦਾਨਾ। ਸੋਨਾ ਮਰਦਾਨਾ, ਭਾਈ ਮਰਦਾਨਾ ਜੀ, ਇਸੇ ਤਰ੍ਹਾਂ ਮੈਂ ਇਸ ਮੁਰਦੇ ਦਾ ਮਾਸ ਨਹੀਂ ਖਾਧਾ। ਭੁੱਖ ਭਾਵੇਂ ਕਈ ਦਿਨਾਂ ਤੋਂ ਮੈਨੂੰ ਬਹੁਤ ਜ਼ਿਆਦਾ ਲੱਗੀ ਹੋਈ ਸੀ। ਜਦੋਂ ਵੀ ਤੈਂ ਇਹੋ ਜਿਹਾ ਰੱਬੀ ਬਾਣੀ ਦਾ ਕੀਰਤਨ ਸੁਣਿਆ, ਨਾਲ ਦੀ ਨਾਲ ਮੇਰਾ ਜਿਹੜਾ ਮਨ ਬਿਲਕੁਲ ਸ਼ੁੱਧ ਪਵਿੱਤਰ ਹੋ ਗਿਆ। ਬਿਨਾ ਨਾਮ ਕਬ ਨਹਿ ਕਲਿਆਣਾ। ਕਹਿ ਲੱਗਿਆ ਵੀ ਪ੍ਰਭੂ ਦੇ ਨਾਮ ਤੋਂ ਬਗੈਰ ਕਦੇ ਵੀ ਕਿਸੇ ਦੀ ਕਲਿਆਣ ਨਹੀਂ ਹੋ ਸਕਦੀ ਹੈ। ਨਿਰਫਲ ਨਰ ਸਰੀਰ ਹੈ ਸੋਈ। ਉਹਨਾਂ ਪ੍ਰਾਣੀਆਂ ਦਾ, ਉਹਨਾਂ ਮਨੁੱਖਾਂ ਦਾ ਸਰੀਰ ਹੀ ਵਿਅਰਥ ਹੈ, ਕਿਸੇ ਵੀ ਲੇਖੇ ਦੇ ਵਿੱਚ ਨਹੀਂ ਲੱਗਣਾ। ਆਵਣ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਸ ਠੋਰ, ਨਾਨਕ ਗੁਰਮੁਖ ਸੋ ਬੁਝੈ ਜਾ ਕੈ ਭਾਗ ਮਥੋਰ। ਭਾਈ ਰੇ ਭਗਤਹੀਨ ਕਾਏ ਜਗ ਆਇਆ। ਵੀ ਜਿਹੜੇ ਪ੍ਰਾਣੀ ਵਾਹਿਗੁਰੂ ਦੀ ਭਗਤੀ ਤੋਂ ਹੀਣ ਹੈ, ਭਾਈ ਰੇ ਭਗਤਹੀਨ ਕਾਏ ਜਗ ਆਇਆ। ਹੈ ਭਾਈ, ਉਹਨ ਕਾਹਦੇ ਵਾਸਤੇ ਦੁਨੀਆ ਦੇ ਵਿੱਚ ਪੈਦਾ ਹੋਏ ਹੈ? ਪੂਰੇ ਗੁਰ ਕੀ ਸੇਵਨਾ ਕੀਨੀ, ਕਦੇ ਵੀ ਕਾਮਲ ਗੁਰੂ ਪੀਰਾਂ ਦੀ ਜਾ ਕੇ ਸੇਵਾ ਦਾ ਕੀਤੀ ਨਹੀਂ, ਬਿਰਥਾ ਜਨਮ ਗਵਾਇਆ। ਕਉ ਕਬੀਰ ਕਿਛ ਗੁਣ ਵਿਚਾਰ, ਚਲੇ ਜੁਆਰੀ ਦੋ ਹੱਥ ਚਾਰ। ਜਿਵੇਂ ਜੂਆ ਖੇਡਣ ਵਾਲੇ ਮਨੁੱਖ ਬੜੀ ਮਾਇਆ ਬਾਜੀ ਦੇ ਵਿੱਚ ਹਾਰ ਕੇ ਉਸੇ ਤਰ੍ਹਾਂ ਖਾਲੀ ਹੱਥੀ ਕਰਨ ਨੂੰ ਚਲੇ ਜਾਂਦੇ ਨੇ। ਵੀ ਬੜੀ ਮਾਇਆ, ਬੜਾ ਤਨ ਬਾਜੀ ਦੇ ਉੱਪਰ ਲਗਾ ਕੇ ਅਸੀਂ ਭੰਗਤੇ ਭਾਣੇ ਗਵਾਲੇ। ਐਸੀ ਫਿਰ ਹਾਲਤ ਉਹਨਾਂ ਦੀ ਹੋਇਆ ਕਰਦੀ ਹੈ। ਕਉ ਕਬੀਰ ਕਿਛ ਗੁਣ ਵਿਚਾਰ, ਚਲੇ ਜੁਆਰੀ ਦੋ ਹੱਥ ਚਾਰ। ਉਹਨਾਂ ਦਾ ਤਾਂ ਦੁਨੀਆ ਦੇ ਵਿੱਚ ਆਉਣਾ ਬਿਲਕੁਲ ਬੇਅਰਥ ਹੈ। ਜਿਨ ਕਬਹੂ ਸਤ ਸੰਗ ਨਾ ਜੋਈ। ਜਿਨ੍ਹਾਂ ਨੇ ਕਦੇ ਜਾ ਕੇ ਸਤ ਸੰਗ ਦੇ ਵਿੱਚ ਰੱਬ ਦੇ ਪਿਆਰਿਆਂ ਦਾ ਔਰ ਭਗਤੀ ਦੇ ਵਿੱਚ ਰਤੀਆਂ ਹੋਈਆਂ ਰੂਹਾਂ ਦਾ ਦੀਦਾਰ ਨਹੀਂ ਕੀਤਾ। ਨਾਮ ਜਪਨ ਨਰ ਜਗ ਮੈਂ ਆਇਓ। ਨਾਮ ਜਪਨ ਨਰ ਜਗ ਮੈਂ ਆਇਓ। ਬਗਿਆੜ ਕਹਿਣ ਲੱਗਿਆ ਵੀ ਇਹ ਜਿਹੜਾ ਮਨੁੱਖ ਦਰਅਸਲ ਪਰਮਾਤਮਾ ਦਾ ਨਾਮ ਜਪਣ ਦੇ ਲਈ ਦੁਨੀਆ ਦੇ ਵਿੱਚ ਆਉਂਦਾ ਹੈ। ਭੁੱਲਿਓ ਤਾਹੀਂ ਵਿਸ਼ਾ ਲਪਟਾਇਓ। ਪਰ ਵਾਹਿਗੁਰੂ ਦੇ ਨਾਮ ਨੂੰ ਭੁਲਾ ਕਰਕੇ ਉਲਟਾ ਜੋ ਨੇ ਸੰਸਾਰਕ ਪਦਾਰਥਾਂ ਦੇ ਰੰਗ ਰਸ ਉਹਨਾਂ ਦੇ ਵਿੱਚ ਹੀ ਫਸ ਕੇ ਬਹਿ ਗਿਆ। ਸੁਣ ਕੇ ਨਮੋ ਕੀਨ ਮਰਦਾਨੀ। ਇਹ ਸੁਣ ਕਰਕੇ ਉਸ ਟਾਈਮ ਤੇ ਭਾਈ ਮਰਦਾਨਾ ਜੀ ਨੇ ਗੁਰੂ ਬਾਬਾ ਜੀ ਦੇ ਚਰਨਾਂ ਤੇ ਵਾਰ-ਵਾਰ ਨਮਸਕਾਰ ਕੀਤੀ ਹੈ। ਧੰਨ ਪ੍ਰਭੂ ਸੱਚ ਕਰਤ ਬਖਾਨੀ। ਸੱਚੇ ਪਾਤਸ਼ਾਹ ਵੀ ਆਪ ਤਾਂ ਹਮੇਸ਼ਾ ਦੇ ਲਈ ਸੱਚੇ ਵਚਨ ਆਪਣੀ ਰਸਨਾ ਤੋਂ ਕਰਦੇ ਹੋ। ਅਪਰ ਥਾਨ ਪੁੰਨ ਕੀਨ ਭਿਆਨਾ। ਗੁਰੂ ਬਾਬਾ ਜੀ ਨੇ ਇਸ ਬਘਿਆੜ ਦਾ ਵੀ ਉਧਾਰ ਕੀਤਾ। ਇੱਥੋਂ ਗੁਰੂ ਬਾਬਾ ਜੀ ਨੇ ਆਪਣਾ ਜਿਹੜਾ ਡੇਰਾ ਅੱਗੇ ਨੂੰ ਕੂਚ ਕਰ ਦਿੱਤਾ। ਆਵਾ ਕਾਨਨ ਅਦਕ ਭਿਆਨਾ। ਚਲਦਿਆਂ ਰਾਹ ਦੇ ਵਿੱਚ ਬੜਾ ਭਿਆਨਕ ਦੁਖਦਾਈ ਘਣਾ ਜੰਗਲ ਆ ਗਿਆ। ਤਾਹਾਂ ਜਾਏ ਬੈਠੇ ਗੁਣ ਖਾਨੀ। ਗੁਣਾਂ ਦੀ ਖਾਨ ਗੁਰੂ ਬਾਬਾ ਜੀ ਨੇ ਬੜੇ ਹੀ ਘਣੇ ਦੁਖਦਾਈ ਜੰਗਲ ਦੇ ਵਿੱਚ ਜਾ ਕੇ ਆਪਣੇ ਆਸਣ ਲਗਾਤੇ। ਜਿਉਂ ਹੋਈ ਤਿਉਂ ਸੁਨੋ ਕਹਾਣੀ। ਭਾਈ ਬਾਲਾ ਜੀ
ਇਹ ਸਾਰਾ ਜਿਹੜਾ ਪਾਵਨ ਇਤਿਹਾਸ ਖੰਡੂਰ ਸਾਹਿਬ ਦੀ ਪਾਵਨ ਧਰਤੀ ਤੇ ਸੁਣਾਉਂਦਿਆਂ ਹੋਇਆਂ ਸਰੋਤਿਆਂ ਦੇ ਅੱਗੇ ਬੇਨਤੀ ਕਰਦੇ ਹਨ ਤੇ ਛਿਨ ਉਠੀ ਵਿਸਾਲ ਅੰਧੇਰੀ। ਵੀ ਜਿਸ ਪ੍ਰਕਾਰ ਇੱਥੇ ਗੁਰੂ ਬਾਬਾ ਜੀ ਨੇ ਐਸੀ ਖੇਲ ਵਰਤਾਈ, ਐ ਸਰੋਤੇ ਜਨੋ ਉਹਦੇ ਬਾਰੇ ਸੁਣਨਾ ਕਰੋ। ਜਦੋਂ ਭਾਈ ਮਰਦਾਨਾ ਜੀ ਨੇ ਆਕਾਸ਼ ਦੇ ਵੱਲ ਮਾਰੀ ਨਿਗਾਹ, ਪਿਤਾ ਚਾਰੇ ਪਾਸਿਆਂ ਤੋਂ ਜਿਹਨੂੰ ਕਹਿ ਦਿੰਦੇ ਆ ਵੀ ਕਾਲੀ ਬੋਲੀ ਅੰਧੇਰੀ ਉਸ ਸਮੇਂ ਉੱਠ ਪਈ ਹੈ। ਅਗਰ ਕਾਲੀ ਬੋਲੀ ਅੰਧੇਰੀ ਕਿਤੇ ਆ ਜੇ, ਉਹ ਵੱਡੇ ਵੱਡੇ ਪਾਰੇ ਪਾਰੇ ਪੁਰਾਣੇ ਦਰਖਤਾਂ ਨੂੰ ਵੀ ਜੜ ਤੋਂ ਪੁੱਟ ਦੂ। ਦੇ ਲਿਆ ਭਾਈ ਮਰਦਾਨਾ ਜੀ ਨੇ ਵੀ ਤਾਂ ਆਕਾਸ਼ ਦੇ ਵਿੱਚ ਇਉਂ ਲੱਗਦਾ ਜਿਵੇਂ ਕਾਲੀ ਬੋਲੀ ਅੰਧੇਰੀ ਆਉਣੀ ਸ਼ੁਰੂ ਹੋ ਗਈ ਹੈ। ਭੈਦਾਇਕ ਆਰੁਣ ਰੰਗ ਗੀਰੀ। ਹੁਣ ਜਿਸ ਕਾਲੀ ਬੋਲੀ ਅੰਧੇਰੀ ਨੇ ਹੀ ਆਪਣਾ ਬੜਾ ਭਿਆਨਕ ਔਰ ਦੁਖਦਾਈ ਰੂਪ ਧਾਰਨ ਕੀਤਾ ਹੋਇਆ ਹੈ। ਅਦਕ ਪਰ ਭੰਜਨ ਜੋਰ ਲਗਾਵਾ। ਜਿਹੜੀ ਹਵਾ ਉਹ ਵੀ ਬੜੀ ਤੇਜ਼ੀ ਦੇ ਨਾਲ ਵਗਣ ਲੱਗ ਪਈ, ਜਿਹਦੇ ਵਿੱਚ ਰੋੜ ਕੰਕਰ ਔਰ ਵੱਡੇ ਵੱਡੇ ਜਿਹੜੇ ਦਰਖਤ ਉਹ ਵੀ ਪੁੱਟੇ ਜਾ ਰਹੇ ਹਨ। ਕੰਕਰ ਧੂਰ ਉੱਡੀ ਨਭ ਛਾਵਾ। ਆਕਾਸ਼ ਦੇ ਵਿੱਚ ਚਾਰੇ ਪਾਸੇ ਕੰਕਰ ਰੋੜ ਠੀਕਰੀਆਂ ਦੇ ਨਾਲ ਚਾਰੇ ਪਾਸੇ ਆਕਾਸ਼ ਹੀ ਇਉਂ ਲੱਗਦਾ ਸੀ ਵੀ ਜਿਵੇਂ ਦਿਨ ਦੇ ਮੌਕੇ ਅੰਧੇਰਾ ਹੋ ਗਿਆ। ਦੋਹਰਾ ਬਿਰਖ ਚਲੇ ਜਿਹ ਸੰਗ ਉੱਡ ਹੋਇਓ ਤਿਮਰ ਗੁਬਾਰ। ਆਕਾਸ਼ ਦੇ ਵਿੱਚ ਜਿੱਧਰ ਪਾਈ ਮਰਦਾਨਾ ਜੀ ਦੇਖਦੇ ਨੇ ਵੀ ਬੜਾ ਇੱਕ ਆਪਾਂ ਕਹਿੰਦੇ ਨੇ ਵੀ ਅੰਧ ਗਵਾਰ ਜਾਈ ਫੈਲ ਚੁੱਕਿਆ ਸੀ। ਜਿਸ ਕਾਲੀ ਬੋਲੀ ਅੰਧੇਰੀ ਦੇ ਵਿੱਚ ਵੱਡੇ ਵੱਡੇ ਦਰਖਤ ਵੀ ਉੱਡੇ ਜਾ ਰਹੇ ਹਨ। ਹਾਥ ਪਸਾਰ ਨ ਸੂਝਈ ਦੁਖ ਬਹੁ ਦੇਵਨ ਹਾਰ। ਇਹ ਜਿਹੜੀ ਅੰਧੇਰੀ ਬੜੇ ਦੁੱਖਾਂ ਨੂੰ ਦੇਣ ਵਾਲੀ ਸਾਹਮਣੇ ਦੇਖੀ ਭਾਈ ਮਰਦਾਨਾ ਜੀ ਦੇ, ਜਿਹਦੇ ਵਿੱਚ ਹੱਥ ਮਾਰਿਆ ਵੀ ਨਹੀਂ ਦਿਸਦਾ ਹੈ। ਚੌਪਈ ਜਬ ਮਰਦਾਨੇ ਤਿਹ ਦਿਸ਼ ਦੇਖਾ। ਬੜਾ ਜ਼ਿਆਦਾ ਭਾਈ ਮਰਦਾਨਾ ਜੀ ਨੇ ਨੇਤਰ ਖੋਲ ਕੇ ਕਾਲੀ ਬੋਲੀ ਅੰਧੇਰੀ ਦੇ ਵੱਲ ਤੱਕਿਆ। ਹਿਰਦੈ ਮਦ ਭੈ ਕੀਨ ਵਿਸ਼ੇਖਾ। ਮਨ ਦੇ ਅੰਦਰ ਭਾਈ ਮਰਦਾਨਾ ਜੀ ਦੇ ਬੜਾ ਡਰ ਪੈਦਾ ਹੋ ਗਿਆ। ਅੰਗ ਜਿਹੜੇ ਉਹ ਉਸ ਟਾਈਮ ਤੇ ਕੰਬਣ ਲੱਗ ਪਏ ਨੇ ਸਾਰੇ ਹੀ। ਆਨਨ ਪਰ ਅੰਬਰ ਕੋ ਪਾਇਓ। ਭਾਈ ਮਰਦਾਨਾ ਜੀ ਤਾਂ ਹੁਣ ਕਾਲੀ ਬੋਲੀ ਅੰਧੇਰੀ ਤੋਂ ਡਰਦੇ ਹੋਇਆ ਵੀ ਕੋਈ ਪਤਾ ਨਹੀਂ ਨਾਲੀ ਨਾ ਕਿਤੇ ਚੱਕ ਕੇ ਲੈ ਜੇ। ਆਪਣੇ ਮੂੰਹ ਤੇ ਪਾ ਕਰਕੇ ਕੱਪੜਾ ਧਰਤੀ ਤੇ ਲੰਮੇ ਪੈ ਗਏ ਹਨ। ਪੌੜਿਓ ਭੂਮ ਵਿਖ ਅਕੁਲਾਇਓ। ਬੜੇ ਬਿਆਕਲ ਘਬਰਾ ਕੇ ਭਾਈ ਮਰਦਾਨਾ ਜੀ ਆਪਣਾ ਮੂੰਹ ਢੱਕ ਕੇ ਧਰਤੀ ਦੇ ਉੱਪਰ ਗੁਰੂ ਬਾਬਾ ਜੀ ਦੇ ਨੇੜੇ ਲੰਮੇ ਪਏ ਹਨ। ਸ਼੍ਰੀ ਨਾਨਕ ਸੋ ਬਚਨ ਉਚਾਰੀ। ਡਰਦਿਆਂ ਹੋਇਆਂ ਉਸ ਸਮੇਂ ਗੁਰੂ ਬਾਬਾ ਜੀ ਦੇ ਅੱਗੇ ਬੇਨਤੀਆਂ ਕੀਤੀਆਂ। ਭਾਈ ਮਰਦਾਨਾ ਜੀ ਨੇ ਦੋਵੇਂ ਹੱਥ ਜੋੜਦਿਆਂ ਹੋਇਆਂ ਬੜ ਉਧਿਆਨ ਆਨ ਕੈ ਮਾਰੀ। ਐ ਗਰੀਬ ਨਵਾਜ਼ ਸੱਚੇ ਪਾਤਸ਼ਾਹ, ਕਾਹਦਾ ਮੈਂ ਤੁਹਾਡੇ ਨਾਲ ਆ ਗਿਆ ਘਰੋਂ। ਆ ਦੇਖੋ ਕਿਹੋ ਜੀਆਂ ਉਹ ਜਾੜ ਬੀਆਬਾਨਾਂ ਦੇ ਵਿੱਚ ਆ ਕੇ ਮੈਨੂੰ ਇਸ ਕਾਲੀ ਵਾਲੀ ਅੰਧੇਰੀ ਤੋਂ ਮਰਵਾਉਣ ਲੱਗੇ ਹੋ। ਗੌਰ ਕਪੰਤੀ ਪੀ ਹੋ ਰਹਾ। ਸੱਚੇ ਪਾਤਸ਼ਾਹ ਵੀ ਮੈਨੂੰ ਤਾਂ ਇਹੋ ਲੱਗਦਾ ਹੈ ਅਗਰ ਕਿਤੇ ਸਰੀਰ ਦੇ ਵਿੱਚੋਂ ਨਿਕਲ ਗਏ ਪ੍ਰਾਣ, ਨਾ ਤਾਂ ਇੱਥੇ ਕਿਸੇ ਨੇ ਕਵਰ, ਨਾ ਕਿਸੇ ਨੇ ਲਿਆ ਕੇ ਗੱਜ ਪਰ ਕੱਪੜਾ ਵੀ ਸਰੀਰ ਦੇ ਉੱਪਰ ਨਹੀਂ ਪਾਉਣਾ ਹੀ ਨਹੀਂ ਕੋਈ। ਚਾਰੇ ਪਾਸੇ ਉਜ਼ਾੜ ਬੀਆਬਾਨੀ ਨਜ਼ਰ ਆ ਰਹੇ ਨੇ। ਇੱਥੇ ਕਵਰ ਕੌਣ ਬਣਾਏਗਾ? ਨਾ ਕਿਸੇ ਨੇ ਆਪਣੇ ਸਰੀਰਾਂ ਦੇ ਉੱਪਰ ਕਫਨ ਵਗੈਰਾ ਵੀ ਨਹੀਂ ਪਾਉਣਾ ਹੈ। ਇਹ ਆਨ ਬਹੁਤ ਦੁੱਖ ਲਹਾ। ਸੱਚੇ ਪਾਤਸ਼ਾਹ ਬੜਾ ਦੁੱਖ, ਬੜਾ ਡਰ ਮੈਨੂੰ ਇਸ ਕਾਲੀ ਬੋਲੀ ਅੰਧੇਰੀ ਤੋਂ
ਲੱਗਣ ਲੱਗ ਪਏ ਆ। ਬਿਗਸਤ ਸ਼੍ਰੀ ਮੁਖ ਧੀਰਜ ਦੀਨਾ। ਉਸ ਸਮੇਂ ਗੁਰੂ ਬਾਬਾ ਜੀ ਨੇ ਮੁਸਕਰਾਉਂਦਿਆਂ ਹੋਏ ਆਪਣੇ ਬੜੇ ਸੁੰਦਰ ਨੂਰਾਨੀ ਚਿਹਰੇ ਤੋਂ ਇਹ ਬਚਨ ਕੀਤਾ, ਭਾਈ ਮਰਦਾਨਾ ਜੀ ਨੂੰ। ਕਿਉ ਮਰਦਾਨੇ ਤੈ ਭੈ ਕੀਨਾ। ਐ ਮਰਦਾਨਿਆ ਇਤਨਾ ਡਰ ਭੈ ਕਾਹਦੇ ਲਈ ਤੈਂ ਮਨ ਦੇ ਵਿੱਚ ਧਾਰਨ ਕਰ ਲਿਆ। ਨਹੀਂ ਸਮੀਪ ਆਏ ਕਛ ਤੇਰੀ। ਤੂੰ ਇਹਨਾਂ ਤੋਂ ਡਰਨਾ, ਕੋਈ ਵੀ ਆ ਜਿਹੜੀ ਦੁਖਦਾਈ ਚੀਜ਼ ਤੇਰੇ ਨੇੜੇ ਨਹੀਂ ਆਉਣੀ, ਵਗੀ ਜਾਣ ਦੇ। ਜੇ ਕਾਲੀ ਬੋਲੀ ਅੰਧੇਰੀ ਚੱਲ ਪਈ ਤਾਂ ਕੀ ਹੈ, ਤਾਂ ਕਰਤਾਰ ਨੂੰ ਮਨ ਦੇ ਵਿੱਚ ਯਾਦ ਕਰ ਕਿ ਕੋਈ ਵੀ ਜਿਹੜੀ ਇਹੋ ਜਿਹੀ ਦੁਖਦਾਈ ਡਰਾਉਣੀ ਵਸਤੂ ਤੇਰੇ ਨੇੜੇ ਨਹੀਂ ਆਉਣੀ ਹੈ। ਕਿਉ ਤੂੰ ਭਇਓ ਅਤੀਰ ਕਨੇਰੀ। ਸਤਿਗੁਰੂ ਜੀ ਕਹਿ ਲੱਗੇ, ਮਰਦਾਨਿਆ ਮਨ ਦੇ ਵਿੱਚੋਂ ਧੀਰਜ ਕਾਹਦੇ ਵਾਸਤੇ ਦੌਰ ਕਰ ਦਿੱਤਾ। ਸੁਨੋ ਪ੍ਰਭੂ ਮੁਝ ਕੰਪ ਕਨੇਰਾ। ਕਹਿ ਲੱਗਾ, ਸੱਚੇ ਪਾਤਸ਼ਾਹ ਮੈਨੂੰ ਤਾਂ ਕੰਬਣੀ ਛਿੜੀ ਪਈ ਹੈ, ਦੇ ਕਰਕੇ ਕਾਲੀ ਬੋਲੀ ਅੰਧੇਰੀ ਨੂੰ ਕੋਈ ਪਤਾ ਨਹੀਂ, ਇਹ ਤਾਂ ਆਪਾਂ ਨੂੰ ਵਿੱਚੇ ਉੱਡਾ ਕਰਕੇ ਲੈ ਜਾਏਗੀ। ਐਸਾ ਸੀਤ ਨਾ ਮੈਂ ਕਬ ਹੀਰਾ। ਸੱਚੇ ਪਾਤਸ਼ਾਹ ਇਹੋ ਜੀ ਠੰਡੀ ਹਵਾ ਮੈਂ ਨਹੀਂ ਕਦੇ ਆਪਣੀ ਜ਼ਿੰਦਗੀ ਦੇ ਵਿੱਚ ਦੇਖੀ ਹੈ। ਜੀਵ ਲੈਣ ਇਹ ਆਏ ਅੰਧੇਰੀ। ਮੈਨੂੰ ਤਾਂ ਇਹੋ ਲੱਗਦਾ ਵੀ ਜੇ ਕਾਲੀ ਬੋਲੀ ਅੰਧੇਰੀ ਇਹ ਤਾਂ ਪ੍ਰਾਣੀਆਂ ਨੂੰ ਆਪਣੇ ਨਾਲ ਲਿਜਾਣ ਵਾਸਤੇ ਕਾਰ ਦੇ ਵਿੱਚ ਚੱਲ ਪਈ ਹੈ। ਭਈ ਆਰਬਲ ਪੂਰਨ ਮੇਰੀ। ਸੱਚੇ ਪਾਤਸ਼ਾਹ ਦੇ ਕਰਕੇ ਮੇਰਾ ਤਾਂ ਸਾਰੇ ਅੰਗ ਪੈਰ ਕੰਬਣ ਲੱਗ ਪਏ ਹਨ। ਪਤਾ ਇਉਂ ਲੱਗਦਾ ਵੀ ਪਤਾ ਨਹੀਂ ਕਿਹੜੇ ਵੇਲੇ ਮੇਰੇ ਜਿਹੜੇ ਪ੍ਰਾਣ ਸਰੀਰ ਦੇ ਵਿੱਚੋਂ ਇਹਨੇ ਕੱਢ ਦੇਣੇ ਹਨ। ਪੁਨ ਸੋ ਦੈਤ ਦਿਹ ਧਰ ਆਵਾ। ਉਹ ਜਿਹੜੀ ਕਾਲੀ ਬੋਲੀ ਅੰਧੇਰੀ ਤਾਂ ਲੰਘ ਗਈ, ਫਿਰ ਉਹਦੇ ਵਿੱਚੋਂ ਇੱਕ ਬੜਾ ਭਿਆਨਕ ਰੂਪ ਵਾਲਾ ਜਿਹੜਾ ਦੈਂਤ ਪ੍ਰਗਟ ਹੋ ਗਿਆ ਹੈ। ਸਿਰ ਨਭ ਪੱਗ ਪਾਤਾਲ ਬਨਾਵਾ। ਸਿਰ ਨਭ ਇਤਨਾ ਵੱਡਾ ਦੈਂਤ ਰਾਖਸ਼ ਦਾ ਰੂਪ ਸੀ ਵੀ ਉਹਦਾ ਜਿਹੜਾ ਸਿਰ ਤਾਂ ਉਹ ਲੱਗਦਾ ਵੀ ਆਕਾਸ਼ ਦੇ ਨਾਲ ਲੱਗਿਆ ਹੋਇਆ, ਪੈਰ ਪਤਾਲ ਤੱਕ ਦਿਸ ਰਹੇ ਸਨ। ਦੀਰਘ ਦਾਂਤ ਭਿਆਨਕ ਰੂਪਾ। ਜਿਹਦੇ ਰੂਪ ਨੂੰ ਦੇਖਣ ਦੇ ਨਾਲ ਹੀ ਮਨੁੱਖ ਬੜਾ ਭੈਭੀਤ ਹੋ ਜਾਏਗਾ। ਬਹੁਤ ਵੱਡੇ ਵੱਡੇ ਦੰਦ ਜਿਹਦੇ ਸਾਹਮਣੇ ਨਜ਼ਰ ਆ ਰਹੇ ਸੀ। ਨਾਸਾਂ ਕਰਨਾ ਬਨੇ ਤਮ ਕੋਪਾ। ਵੱਡੀਆਂ ਵੱਡੀਆਂ ਨਾਸਾਂ, ਇਹੋ ਲੱਗਦਾ ਸੀ ਵੀ ਜਿਵੇਂ ਅੰਨਾ ਖੂਹ ਬਿਨਾਂ ਮੌਣ ਤੋਂ ਹੋਵੇ, ਉਹਨੂੰ ਅੰਨਾ ਖੂਹ ਕਹਿ ਦਿੰਦੇ ਹਨ। ਖੂਹ ਦੇ ਸਮਾਨ ਬਹੁਤ ਵੱਡੀਆਂ ਵੱਡੀਆਂ ਨੱਕ ਦੀਆਂ ਨਾਸਾਂ ਸਾਹਮਣੇ ਦਿਸਣ ਲੱਗ ਪਈਆਂ। ਮੁਖ ਉਗਾਰ ਮਰਦਾਨੇ ਦੇਖਾ। ਹੁਣ ਜਦੋਂ ਭਾਈ ਮਰਦਾਨਾ ਜੀ ਨੇ ਆਪਣੇ ਮੁਖ ਤੋਂ ਲਾ ਕੇ ਕੱਪੜਾ ਇਸ ਬੜੇ ਭਿਆਨਕ ਦੁਖਦਾਈ ਦੈਂਤ ਰਾਖਸ਼ ਦੇ ਵੱਲ ਦੇਖਿਆ। ਭਇਓ ਰਿਧੀ ਭੈ ਭੀਤ ਵਿਸ਼ੇਖਾ। ਹੁਣ ਇਹ ਤਾਂ ਪਹਿਲਾਂ ਨਾਲੋਂ ਵੀ ਕਈ ਗੁਣਾ ਮਨ ਦੇ ਵਿੱਚ ਬੜੇ ਭੈ ਭੀਤ ਹੋਣ ਲੱਗੇ ਵੀ ਚਲੋ ਕਾਲੀ ਬੋਲੀ ਅੰਧੇਰੀ ਤੋਂ ਹੋ ਗਿਆ ਬਚਾ। ਆ ਜਿਹੜਾ ਇਤਨਾ ਵੱਡਾ ਦੈਂਤ ਰਾਖਸ਼ ਆ ਗਿਆ, ਇਹਨੇ ਤਾਂ ਸਾਨੂੰ ਜਿਉਂਦਾ ਜੀ ਆਉਣ ਸਾਰ ਬਸ ਇੱਕੋ ਹੀ ਗਰਾਹੀ ਕਰਨੀ ਹੈ। ਤਿਹ ਅੰਧੇਰੀ ਤੇ ਬਚ ਰਹੀ। ਅਗਰ ਪਰਮਾਤਮਾ ਦੀ ਕਿਰਪਾ ਦੁਆਰਾ ਕਾਲੀ ਬੋਲੀ ਅੰਧੇਰੀ ਨੇ ਤਾਂ ਸਾਡਾ ਕੱਖ ਵੀ ਨਹੀਂ ਵਿਗਾੜਿਆ, ਪਰ ਇਹ ਕਰੋ ਹੋਰ ਨਵੀਂ ਬੜੀ ਦੁਖਦਾਈ ਭਿਆਨਕ ਬਲਾ ਸਾਹਮਣੇ ਦਿਸਣ ਲੱਗ ਪਈ ਹੈ। ਆਬਿਹ ਦੈਂਤ ਖਾਵਨੋ ਚਹੀ। ਭਾਈ ਮਰਦਾਨਾ ਜੀ ਦੇਖਣ ਸਾਰੇ ਦੇ ਬਹੁਤ ਵੱਡੇ ਮੂੰਹ ਨੂੰ ਦੇ ਲਿਆ ਵੀ ਤਾਂ ਸਾਨੂੰ ਹੀ ਖਾਣ ਵਾਸਤੇ ਅੱਗੇ ਵਧ ਰਿਹਾ ਹੈ। ਗੁਰੂ ਭਨੈ ਇਹ ਹੈ ਕਿਛ ਨਾਹੀ। ਉਸ ਸਮੇਂ ਗੁਰੂ ਬਾਬਾ ਜੀ ਕਹਿ ਲੱਗੇ, ਮਰਦਾਨਿਆ ਡਰਨਾ ਤੂੰ ਮਨ ਦੇ ਵਿੱਚ ਇਸ ਦੈਂਤ ਰਾਖਸ਼ ਨੇ ਤਾਂ ਤੇਰੇ ਬਿਲਕੁਲ ਨੇੜੇ ਨਹੀਂ ਆਉਣਾ। ਹੁਣ
ਜਿਸ ਪ੍ਰਕਾਰ ਕਲਯੁਗ ਨੇ ਆ ਕਰਕੇ ਗੁਰੂ ਬਾਬਾ ਜੀ ਦਾ ਦਰਸ਼ਨ ਕਰਨਾ ਹੈ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਗਦੀ ਤੇ ਵਿਰਾਜਮਾਨ ਹੋ ਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜ ਭਾਗੇ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਗੁਰੂ ਭਨੈ ਇਹ ਹੈ ਕਿਛ ਨਾਹੀ, ਨਿਕਟ ਨ ਆਵੈ ਜਾਇ ਪਰਾਹੀ। ਵਾਹਿਗੁਰੂ ਕਹਿ ਧੀਰਜ ਕਰੀਏ, ਕਹਿਤੇ ਤਨਕ ਨਾ ਤਰਾਸ ਵਿਚਰੀਏ। ਏ ਚੌਥੇ ਪਾਰ ਬ੍ਰਹਮ ਅਵਨਾਸੀ ਅਗ ਅਗਨਾਸ